जिथे कुछ अणपछाते व्यक्तियों ने एक डॉक्टर तसीम गर्ग की क्लीनिक से एक पेट्रोल पंप सुटिया सी। उस दे तहत ही पीएस कोतवाली दे विच एक FIR नंबर 120 दर्ज रजिस्टर हुई सी अंडर सैक्शन 109 BNS, जिदे विच बाद चो 113 BNS का वाधा कर दिता गया सी। पिछली प्रेस कॉन्फ्रेंस दे विच मानयोग DIG सर ते SSP मैम ने ब्रीफ किया सीगा कि इस वारदात को अंजाम देने वाले दो दोषी नकुल कुमार ਤੇ ਗੁਰਵਿੰਦਰ ਸਿੰਘ ਖੁਈਆ ਸਰਵਰ ਦੇ ਰਹਿਣ ਵਾਲੇ ਅਰੈਸਟ ਕਰ ਲਏ ਗਏ ਸੀ। ਕੱਲ ਬਠਿੰਡਾ ਪੁਲਿਸ ਨੇ ਤੀਜਾ ਦੋਸ਼ੀ ਰਹਿ ਗਿਆ ਸੀ ਸੰਦੀਪ ਸਿੰਘ, ਇਹ ਵੀ ਅਰੈਸਟ ਕਰ ਲਿਆ ਹੈ ਤੇ ਇਹ ਦੋਸ਼ੀ ਵੀ ਉਸ ਦਿਨ ਮੌਕੇ ਵਾਰਦਾਤ ਤੇ ਪ੍ਰੈਜ਼ੈਂਟ ਸੀ। ਮੈਡਮ ਮਾਸਟਰਮਾਈਂਡ ਇਹ ਸੀਗਾ ਇਸ ਵਾਰਦਾਤ ਦਾ ਜੀ ਇਹ ਜਿਹੜਾ ਸੰਦੀਪ ਸਿੰਘ ਸੀਗਾ ਮਾਸਟਰਮਾਈਂਡ ਤਾਂ ਨਹੀਂ ਸੀ, ਬਟ ਇਹਨੇ ਬਾਕੀ ਦੋਨਾਂ ਦੋਸ਼ੀਆਂ ਨੂੰ ਲਾਲਚ ਦੇ ਕੇ ਕੰਮ ਕਰਵਾਇਆ ਸੀ। गिरफ्तार कितों ਇਹ ਬਠਿੰਡਾ ਤੋਂ ਹੀ ਕੀਤਾ ਜੀ। कि पॉसिबल है कि बंदा एडी वड्डी क्राइम दी वारदात ਨੂੰ अंजाम ਦੇ ਕੇ ਬਠਿੰਡਾ ਚ ਘੁੰਮੇ? ਨਹੀਂ, ਇਹਦੇ ਵਿੱਚ ਕੋਈ ਇੰਪੋਸਿਬਿਲਿਟੀ ਵੀ ਨਹੀਂ ਹੈ। ਓਕੇ, ਉਹ ਬਿਲਕੁਲ ਆ ਸਕਦਾ ਕਿ ਉਹ ਬਲਕਿ ਜਿੱਥੋਂ ਰਹਿਣ ਵਾਲੇ ਉੱਥੋਂ ਭੱਜੂਗਾ, ਉਹ ਬਠਿੰਡਾ 'ਚ ਤਾਂ ਰਹਿ ਹੀ ਸਕਦਾ ਉਹ। ਬਿਲਕੁਲ ਮਾਸਟਰਮਾਈਂਡ ਕੌਣ ਹੈ ਜਿਸ ਵਿੱਚ ਤੁਸੀਂ ਕਹਿ ਰਹੇ ਹੋ? ਜੀ ਹਾਲੇ ਇਹਨੂੰ ਕਿਸੇ ਇੰਟਰਨੈਸ਼ਨਲ ਨੰਬਰ ਤੋਂ ਫੋਨ ਆਇਆ ਸੀਗਾ, ਉਹ ਅਸੀਂ ਤਾਂ ਮੋਬਾਈਲ ਫੋਰੈਂਸਿਕ ਐਨਾਲਿਸਿਸ ਲਈ ਭੇਜਿਆ। ਜਿਸ ਨੰਬਰ ਤੋਂ ਫੋਨ ਆਇਆ ਸੀ ਉਹ ਬੰਦਾ ਕਲੇਮ ਕਰ ਰਿਹਾ ਸੀ ਕਿ ਉਹ ਸ਼ਹਿਜ਼ਾਦ ਭੱਟੀ ਹੈ। ਉਹ ਜਦੋਂ ਫੋਰੈਂਸਿਕ ਐਨਾਲਿਸਿਸ ਦੀ ਰਿਪੋਰਟ ਆਏਗੀ ਉਹਦੇ ਐਗਜ਼ੈਕਟਲੀ ਕਲੀਅਰ ਹੋਊਗਾ ਕਿ ਇਹਦਾ ਮਾਸਟਰਮਾਈਂਡ ਕੌਣ ਸੀ। ਮੈਡਮ ਦਾ ਬੈਕਗ੍ਰਾਉਂਡ ਕੀ ਹੈ ਜੀ ਇਹ 22-23 ਸਾਲਾਂ ਦਾ ਮੁੰਡਾ ਹੈ, BA ਕਰ ਰਿਹਾ ਸੀ 3rd ਈਅਰ ਦੇ ਵਿੱਚ ਮਲੋਟ ਤੋਂ ਤੇ ਅਨਇੰਪਲੋਇਡ। ਇਹਨੇ ਕਿਉਂ ਕਰਵਾਇਆ? ਕੌਣ ਨੇ ਵਿਅਕਤੀਆਂ ਨੇ ਕਾਰਨ ਕਰਵਾਈ ਕਿਉਂ? ਇਹ ਹੁਣ ਤੱਕ ਤਾਂ ਜਿੰਨਾ ਪਤਾ ਲੱਗਿਆ ਉਹੀ ਸੀ ਕਿ ਫਾਈਨੈਂਸ਼ੀਅਲ ਐਂਗਲ ਇਨਵੋਲਡ ਹੈ। ਲਾਲਚ ਦੇ ਕੇ ਇਹਨੂੰ, ਜਿਸ ਨੰਬਰ ਤੋਂ ਫੋਨ ਆਇਆ ਸੀ ਉਹਨਾਂ ਨੇ ਇਹਨੂੰ 10 ਲੱਖ ਦਾ ਲਾਲਚ ਦਿੱਤਾ ਸੀ ਕਿ ਇਹ ਇਨਸੀਡੈਂਟ ਕਰਤਾ ਤੈਨੂੰ 10 ਲੱਖ ਦੇਵਾਂਗੇ। ਉਹਦੇ ਵਿੱਚੋਂ ਇਹਦੇ ਫੋਨ ਤੇ 5000 ਟ੍ਰਾਂਜੈਕਸ਼ਨ ਵੀ ਹੋਈ ਹੈ ਤੇ ਹਾਲੇ ਤੱਕ ਜਿਹੜਾ ਹੈ ਉਹ ਤਾਂ ਇਹੀ ਲੱਗਦਾ ਕਿ ਫਾਈਨੈਂਸ਼ੀਅਲ ਰੀਜ਼ਨ ਕਰਕੇ ਹੀ ਉਹਨੇ ਵਾਰਦਾਤ ਨੂੰ ਅੰਜਾਮ ਦਿੱਤਾ। आपस में टच की नहीं है, आपस टच की नहीं है। ਕੌਣ ਜੀ? संपर्क की नहीं है जी। ਉਹ ਜੀ ਉਹਨੂੰ ਫੋਨ ਹੀ ਆਇਆ ਸੀ ਕਿਸੇ ਇੰਟਰਨੈਸ਼ਨਲ ਨੰਬਰ ਤੋਂ। ਜਦੋਂ ਉਹਨੇ ਰਿਸਪੌਂਡ ਕੀਤਾ ਤਾਂ ਉਹਨਾਂ ਨੇ ਇਹਨੂੰ ਪੈਸੇ ਦਾ ਲਾਲਚ ਦਿੱਤਾ ਤੇ ਉਹ ਮੰਨ ਗਿਆ ਕੰਮ ਕਰਨ। ਇਹ ਮੈਡਮ ਜਿਹੜੇ ਪਤਾ ਹੈ ਨਹੀਂ, ਪਹਿਲਾਂ ਇਹਦਾ ਕੋਈ ਕ੍ਰਿਮੀਨਲ ਜਿਹੜੇ ਬੈਕਗ੍ਰਾਉਂਡ ਪਹਿਲਾਂ ਦੋ ਜਣੇ ਫੜੇ ਜੀ। ਉਹਨਾਂ ਨੂੰ ਇਹਨੇ ਪੈਸੇ ਦਿੱਤੇ ਸੀ ਜਾਂ ਨਹੀਂ, ਹਲੇ ਕਿ ਦੇਣੇ ਸੀ? 500 ਰੁਪਇਆ ਦਿੱਤਾ ਸੀ, ਹੋਰ ਦੇਣੇ ਸੀ। ਕਿੰਨੇ ਚ ਹੋਈ ਸੀ ਕੁੱਲ ਗੱਲ ਇਹ ਨਹੀਂ ਪਤਾ ਜੀ, ਹਲੇ ਅਸੀਂ ਕੱਲ ਹੀ ਦੀ ਹਾਲੇ ਨਹੀਂ, ਹਲੇ ਕਰਨੀ ਹੈ ਕੁਝ ਰਿਮਾਂਡ ਲੈ ਕੇ। ਸਿਰਫ ਪਾਸਪੋਰਟ ਤੇ 3000 ਰੁਪਏ ਦੀ ਗੱਲ ਕੀਤੀ ਹੋਈ। ਪੈਸੇ ਦੇਣੇ ਹੈ ਜੀ, 500 ਦੇਤਾ ਸੀਗਾ, ਬਾਕੀ ਦੇਣੇ ਸੀ। ਇਹ ਕਾਰਨ ਕੀ ਸੀ? ਕਿਉਂ ਕੀਤਾ ਜੀ? ਕੀ ਕਰਦਾ ਉਹ? ਦੇਖੋ ਜੋ ਇਹਨੇ ਜਿਹੜਾ ਸੰਦੀਪ ਸਿੰਘ ਜਿਹੜਾ ਦੋਸ਼ੀ ਫੜਿਆ ਇਹਨੇ ਤਾਂ ਪੈਸੇ ਤੇ ਲਾਲਚ ਨਾਲ ਹੀ ਕੀਤਾ ਸੀ। ਹੁਣ ਜਿਹੜੇ ਹੈਂਡਲਰਸ ਹੈ ਜਿਨ੍ਹਾਂ ਨੇ ਇਹ ਤੋਂ ਕਰਾਇਆ ਉਹਨਾਂ ਨੇ ਤਾਂ ਆਬਵੀਅਸਲੀ ਮਾਹੌਲ ਖਰਾਬ ਕਰਨ ਵਾਸਤੇ ਜਾਂ ਦਹਿਸ਼ਤ ਵਾਸਤੇ ਹੀ ਕਰਾਇਆ। ਹੁਣ ਇਹੀ ਰੀਜ਼ਨ ਹੋ ਸਕਦਾ। ਨਹੀਂ, ਐਡਿਕਟ ਨਹੀਂ ਹੈ मैडर पढ़े लिखे कितने हैं? ਜੀ। BA ਜਿਹੜਾ ਤੀਜਾ ਮੁੰਡਾ ਫੜਿਆ ਉਹ ਤਾਂ BA ਕਰ ਰਿਹਾ। ਜਿਹੜੀ ਪੇਮੈਂਟ 500 ਰੁਪਏ ਨਹੀਂ 500 ਰੁਪਏ ਜਿਹੜਾ ਦਿੱਤਾ ਹੈ 500 ਰੁਪਏ ਚੇਕ ਕਿਵੇਂ ਮੰਨ ਗਏ? ਦੇਖੋ ਇਨੀਸ਼ੀਅਲ ਜਿਹੜੀ ਪੇਮੈਂਟ ਦੀ ਅਮਾਉਂਟ ਫਿਕਸ ਹੋਈ ਸੀ ਉਹ 10 ਲੱਖ ਹੋਈ ਸੀ। ਇਹਨਾਂ ਨੂੰ ਇਹ ਵਾਅਦਾ ਕੀਤਾ ਸੀਗਾ ਕਿ ਤੁਹਾਨੂੰ ਅਸੀਂ ਭੇਜ ਦਾਂਗੇ ਤੇ ਇਨੀਸ਼ੀਅਲ ਅਮਾਉਂਟ 500 ਦਿੱਤੀ। ਉਸ ਤੋਂ ਬਾਅਦ ਹੋਰ ਅਮਾਉਂਟ ਦੇਣੀ ਹੋਣੀ, ਉਸ ਤੋਂ ਪਹਿਲੇ ਹੀ ਫੜੇ ਗਏ। ਇਹ 500 ਤੋਂ 10 ਲੱਖ ਦਾ ਫਰਕ ਹੀ ਬਹੁਤ ਹੈ ਜੀ। ਦੇਖੋ ਹੁਣ ਮੈਂ ਤਾਂ ਤੁਹਾਡੇ ਮੇਰੇ ਸਾਹਮਣੇ ਜੋ ਗੱਲ ਆਈ ਉਹ ਇੱਥੇ 5000 ਲਿਖਿਆ ਮੈਡਮ। ਹਾਂਜੀ, ਇੱਥੇ 5000 ਆਇਆ ਸੀ ਜਿਹੜਾ ਗੂਗਲ ਉਹਨਾਂ ਨੂੰ ਮੁੰਡਿਆਂ ਨੂੰ 500 ਰੁਪਏ ਹਾਂਜੀ। ਉਹ ਹੋ ਗਿਆ ਜੀ ਆਈਡੈਂਟੀਫਾਈ ਉਹ ਕਿਹੜੇ ਅਕਾਊਂਟ ਤੋਂ ਕਿੱਥੋਂ ਆਇਆ 500 ਰੁਪਏ? ਨਹੀਂ, ਉਹ ਕਰਨਾ ਹੈ ਜੀ। ਹਲੇ ਫੋਨ ਭੇਜੇ ਹੋਏ ਆ ਫੋਰੈਂਸਿਕ ਐਨਾਲਿਸਿਸ ਦੀ, ਡਿਲੀਟ ਕਰ ਦਿੰਦਾ ਹਰ ਕੋਈ ਆਪਣਾ ਰਿਕਾਰਡ। ਉਹ ਜਦੋਂ ਆਊਗੀ ਫੋਰੈਂਸਿਕ ਦੀ ਰਿਪੋਰਟ ਉਦੋਂ ਕਲੈਰੀਫਾਈ ਹੋ ਜਾਊਗਾ। ਮੈਨੂੰ ਕੀ ਲੱਗਦਾ ਇਸ ਕੇਸ 'ਚ ਕੋਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ? ਦੇਖੋ ਡਿਪੈਂਡ ਕਰਦਾ ਜਦੋਂ ਤਿੰਨੋਂ ਫੋਨ ਜਿਹੜੇ ਪਹਿਲੇ ਵੀ ਦੋ ਦੋਸ਼ੀ ਫੜੇ ਸੀ ਨਕੁਲ ਤੇ ਗੁਰਵਿੰਦਰ ਤੇ ਕੱਲ ਜਿਹੜਾ ਦੋਸ਼ੀ ਫੜਿਆ ਸੰਦੀਪ, ਤਿੰਨਾਂ ਦੇ ਫੋਨ ਅਸੀਂ ਫੋਰੈਂਸਿਕ ਐਨਾਲਿਸਿਸ ਲਈ ਭੇਜੇ ਆ। ਉਹ ਜਦੋਂ ਇੰਟਰਨੈਸ਼ਨਲ ਨੰਬਰ ਟ੍ਰੇਸ ਹੋਣਗੇ ਕਿੱਥੋਂ ਫੋਨ ਆਇਆ ਉਹ ਕੋਈ ਪਤਾ ਲੱਗੇਗਾ ਇਹਨਾਂ ਦਾ ਐਕਚੁਅਲੀ ਮਾਸਟਰਮਾਈਂਡ ਦਾ ਪਾਰਟੀ ਹੈ ਜਾਂ ਕੋਈ ਹੋਰ ਦਾ ਨਾਮ ਹੀ ਕੁਝ ਕਿਸ ਦੌਰਾਨ ਇਹ ਤਾਂ ਕੁਝ ਕਿਸ ਦੌਰਾਨ ਪਤਾ ਲੱਗੇਗਾ। ਇਟ ਵਾਸ ਨਾਟ ਕਿ ਸਪੈਸੀਫਿਕ ਉਹੀ ਟਾਰਗੇਟ ਸੀ। ਇਹਨਾਂ ਨੇ ਤਾਂ ਬਸ ਮਾਹੌਲ ਖਰਾਬ ਕਰਨਾ ਸੀ। ਇਹਨਾਂ ਨੂੰ ਵਲਨਰੇਬਲ ਲੱਗਿਆ ਉਹ ਏਰੀਆ ਇਹਨਾਂ ਨੇ ਉਹਨੂੰ ਟਾਰਗੇਟ ਕਰ ਕੋਈ ਪੁਰਾਣੀ ਰਜਿਸਟਰ ਨਹੀਂ ਕੋਈ ਆਪਸ ਨਹੀਂ ਪੁਰਾਣੀ ਰੰਜਿਸ਼ ਕੋਈ। ਛੋਟੇ ਬੱਚਿਆਂ ਨੂੰ ਬਾਓ ਕੀਤਾ ਕਿ ਕੋਈ ਉਮਰ 22 ਸਾਲ ਦੀ ਸਾਡੀ ਨਹੀਂ ਮੰਨਦੀ ਜੀ ਜੀ। ਲੱਗਦਾ ਕਿ ਕੋਈ ਨਵਾਂ ਚੱਲ ਰਿਹਾ ਕਿ ਜਿਹੜੇ ਨੌਜਵਾਨ ਨੇ ਛੋਟੀ ਉਮਰ ਦੇ ਉਹਨਾਂ ਨੂੰ ਜਿਹੜਾ ਹੈ ਕਿ ਕ੍ਰਾਈਮ ਲੱਗ ਰਿਹਾ। ਆਈ ਥਿੰਕ ਇਹ ਸਿਰਫ ਪੁਲਿਸ ਲਈ ਨਹੀਂ, ਐਸ ਸੋਸਾਇਟੀ ਐਜ਼ ਅ ਹੋਲ ਸਾਰਿਆਂ ਲਈ ਇਹ ਚੈਲੰਜ ਹੈ ਕਿ ਜਿਹੜੀ ਅਨਇੰਪਲੋਇਡ ਯੂਥ ਹੈ ਉਹਨਾਂ ਨੂੰ ਹੀ ਇਹਦੇ ਵਿੱਚ ਪੈਸੇ ਦਾ ਲਾਲਚ ਦੇ ਕੇ ਲਿੱਤਾ ਜਾ ਰਿਹਾ। ਪੁਲਿਸ ਲਈ ਤਾਂ ਚੈਲੰਜ ਹੈ, ਬਟ ਮੀਡੀਆ ਲਈ ਹਰ ਕਿਸੇ ਲਈ ਚੈਲੰਜ ਹੈ ਕਿਉਂਕਿ ਇਹੀ ਜੇ ਇੰਪਲੋਇਡ ਹੋਣ ਤਾਂ ਆਬਵੀਅਸਲੀ ਇਸ ਕੰਮ ਵੱਲ ਨਾ ਜਾਣ। ਸਮਾਜ ਹੀ ਹੈ, ਬਿਲਕੁਲ ਜੀ। ਪੁਲਿਸ ਵੀ ਸਮਾਜ ਦਾ ਹੀ ਪਾਰਟ ਹੈ। ਪੁਲਿਸ ਇਜ਼ ਆਲਸੋ ਨਾਟ ਇੰਸਟੀਟਿਊਸ਼ਨ ਆਫ ਸੋਸਾਇਟੀ। ਇਹ ਸੋਸਾਇਟੀ ਐਜ਼ ਅ ਹੋਲ ਦਾ ਹੀ ਰਿਸਪੌਂਸਿਬਿਲਿਟੀ। ਮੈਮ ਜਿਹੜੇ ਪਹਿਲਾਂ ਦੋ ਵਿਅਕਤੀ ਬਠਿੰਡਾ ਪੁਲਿਸ ਵੱਲੋਂ ਜਿਹੜੇ ਕੰਮ ਕੀਤੇ ਗਏ ਆ ਉਹਨਾਂ ਨੇ ਕੋਈ ਜਾਣਕਾਰੀ ਦਿੱਤੀ?
ਉਹਨਾਂ ਨੇ ਤਾਂ ਇਹੀ ਕਿਹਾ ਸੀ ਜੀ ਕਿ ਸਾਨੂੰ ਪੈਸੇ ਦੇ ਲਾਲਚ ਦੇ ਕੇ ਸਾਡੇ ਤਿੰਨੋਂ ਦੋਸਤ ਹੀ ਹੈ, ਸੰਦੀਪ, ਨਕੁਲ ਤੇ ਗੁਰਵਿੰਦਰ। ਉਹਨਾਂ ਨੇ ਪੈਸੇ ਦੇ ਲਾਲਚ ਵਿੱਚ ਹੀ ਕੀਤਾ ਹੈ, ਉਹਨਾਂ ਦੇ ਹੋਰ ਕੋਈ ਇਹਦੇ ਵਿੱਚ ਵੰਸ਼ਾ ਕੋਈ ਖੁਲਾਸਾ ਨਹੀਂ ਨਹੀਂ ਜੀ। ਇੱਕ ਵੀਡੀਓ ਦੀ ਚਰਚਾ ਸੀ ਜਿਹੜੀ ਬਣਾ ਕੇ ਭੇਜੀ ਗਈ ਹੈ ਜੀ ਉਹ ਦੋਸ਼ੀ ਇਹਨੇ ਹੀ ਬਣਾਈ ਸੀ, ਸੰਦੀਪ ਨੇ ਰਿਕਾਰਡ ਕੀਤੀ ਸੀ। ਇਸ ਨੂੰ ਭੇਜੀ ਗਈ ਕਿਹੜੇ ਕੁਝ ਹੈ ਉਹ ਜਿਸ ਇੰਟਰਨੈਸ਼ਨਲ ਨੰਬਰ ਤੋਂ ਇਹਨੂੰ ਫੋਨ ਆਇਆ ਸੀ ਉਸੇ ਨੰਬਰ ਤੇ ਇਹਨੇ ਸੈਂਡ ਕੀਤਾ। ਕਿੱਥੋਂ ਦਾ ਰਹਿਣ ਵਾਲਾ ਹੈ ਮੁੰਡਾ? ਇਹ ਵੀ ਕੁਈਆਂ ਸਰਵਰ ਦਾ ਹੀ ਹੈ ਫਾਜ਼ਿਲਕਾ। ਇੰਟਰਨੈਸ਼ਨਲ ਨੰਬਰ ਕਿੱਥੋਂ ਦਾ ਸੀ ਜੋ ਡਾਕਟਰ ਸਾਹਿਬ ਕਹਿੰਦੇ ਸੀ ਯੂਕੇ ਨੰਬਰ ਤੋਂ ਆਈ ਸੀ, WhatsApp ਕੋਲ ਆਈ ਸੀ। ਉਹ ਐਕਚੁਅਲੀ ਅੱਜਕੱਲ ਦੇਖੋ ਜੀ ਨੰਬਰਸ ਬਹੁਤ ਈਜ਼ੀਲੀ ਯੂਜ਼ ਹੋ ਜਾਂਦੇ, ਫੇਕ ਨੰਬਰਸ। ਇਹ ਜ਼ਰੂਰੀ ਨਹੀਂ ਹੁੰਦਾ ਕਿ ਜਿਸ ਨੰਬਰ ਤੋਂ ਆਈ ਉਹ ਉਸੇ ਕੰਟਰੀ ਦਾ ਹੈ, ਉਹ ਕਿਸੇ ਹੋਰ ਕੰਟਰੀ ਦਾ ਵੀ ਹੋ ਸਕਦਾ ਹੈ। ਦੈਟ ਇਜ਼ ਅ ਪਾਰਟ ਆਫ ਜਦੋਂ ਫੋਰੈਂਸਿਕ ਰਿਪੋਰਟ ਆਏਗੀ ਫੋਨ ਦੀ ਉਦੋਂ ਪਤਾ ਲੱਗੇਗਾ। ਡਿਊਰਿੰਗ ਇਨਵੈਸਟੀਗੇਸ਼ਨ ਇਹ ਸਾਹਮਣੇ ਆਇਆ ਕਿ ਇਹਨਾਂ ਨੇ ਸਟੇ ਕਿਹੜੇ ਹੋਟਲ 'ਚ ਕੀਤੀ ਸੀ? ਨਹੀਂ ਜੀ ਹਲੇ ਪੁੱਛ ਗਿੱਛ ਜਿਹੜਾ ਸੰਦੀਪ ਹੈ। ਹਲੇ ਜਦੋਂ ਪੁੱਛ ਗਿੱਛ ਕਰਾਂਗੇ ਡਿਟੇਲਡ ਉਦੋਂ ਪਤਾ ਲੱਗੇਗਾ। ਠੀਕ ਹੈ ਸਰ।